Hello everyone and welcome to Guilds Mentor online e-learning channel. ਅੱਜ ਦੇ ਅਸੀਂ ਸੈਸ਼ਨ 'ਚ ਕਵਰ ਕਰਨ ਜਾ ਰਹੇ ਹਾਂ ਪਾਰਟ ਨੰਬਰ 46 of 1800 MCQs of GS series and the topic remains history with reference to freedom struggle. ਇਹ ਸੀਰੀਜ਼ ਤੁਹਾਡੇ ਆਉਣ ਵਾਲੇ ਸਾਰੇ ਐਗਜ਼ਾਮਸ ਫॉर एग्जांपल PPSC, PSCB, ਪਟਵਾਰੀ, ਹਾਈ ਕੋਰਟ, NTPC, PSEB, ਮਾਰਕਫੈਡ, FCI, SSC ਐਟਸੈਟਰਾ ਲਈ ਬਹੁਤ ਲਾਭਦਾਇਕ ਰਹੇਗੀ। ਅਜਿਹੀਆਂ ਹੋਰ ਇੰਪੋਰਟੈਂਟ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਅਤੇ ਟਾਈਮਲੀ ਨੋਟੀਫਿਕੇਸ਼ਨਸ ਨੂੰ ਗ੍ਰੈਬ ਕਰਨ ਲਈ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ। Let's begin with the session with our first question, which happens to be question number 51. Question number 1 to 50 are covered in the previous series. I would recommend you to watch the previous series first. So let's continue with question number 51. Who among the following controlled maximum trade in the western coastal region during 17th century? 17th century ਚ ਕਿਹਨਾਂ ਨੇ ਜਿਹੜਾ ਇੰਡੀਆ ਦੇ ਵੈਸਟਰਨ ਕੋਸਟਲ ਰੀਜਨ ਜਿੰਨਾ ਵੀ ਟ੍ਰੇਡ ਹੋਇਆ ਕਿਸ ਦਾ ਸਭ ਤੋਂ ਜ਼ਿਆਦਾ ਸਟਰੋਂਗ ਹੋਲਡ ਸੀ? Option 1 is Portuguese, option 2 is Dutch, option 3 is the House of Jagat Seth, option 4 is Mullah Abdul Ghaffar. Correct answer here is option number 1, Portuguese. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜਿਹੜਾ ਇੰਡੀਆ 'ਚ ਸਪੈਸ਼ਲੀ ਜਦੋਂ ਫੋਰਨ ਟ੍ਰੇਡ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੋਰਟੁਗੀਜ਼ ਵਰ ਦ ਫਸਟ ਵਨਸ ਟੂ ਕਮ ਔਨ ਇੰਡੀਅਨ ਲੈਂਡ ਅਤੇ ਜਦੋਂ ਪੋਰਟੁਗੀਜ਼ ਆਏ ਉਸ ਤੋਂ ਅਬਾਊਟ 150 ਈਅਰਸ ਬਾਅਦ ਇੰਗਲਿਸ਼, ਫਰੈਂਚ ਅਤੇ ਡੱਚ ਈਸਟ ਇੰਡੀਅਨ ਕੰਪਨੀਜ਼ ਆਈਆਂ ਟ੍ਰੇਡ ਵਾਸਤੇ ਅਤੇ ਇਹਨਾਂ ਨੇ ਪੂਰਾ ਹੀ ਇੰਡੀਅਨ ਓਸ਼ਨ ਕਵਰ ਕਰ ਲਿਆ, ਜਿਸ ਦੇ ਨਾਲ ਕੀ ਹੋਇਆ ਈਵਨ ਸਾਡੀ ਜਿਹੜੀ ਇੰਡੀਅਨ ਪੋਪੂਲੇਸ਼ਨ ਸੀਗੀ ਉਸ ਦੇ ਵਿੱਚ ਵੀ ਜਿਹੜੇ ਪੋਰਟੁਗੀਜ਼ ਮਿਕਸ ਹੋਏ ਅਤੇ ਉਹਨਾਂ ਨੂੰ ਆਪਾਂ ਇੰਡੋ ਪੋਰਟੁਗੀਜ਼ ਕਹਿੰਦੇ ਸੀਗੇ ਇਨ ਦ ਮਿਡਲ ਆਫ 17th century. Next we have is the match the following type of question and list 1 'ਚ ਸਾਡੇ ਕੋਲ ਕੁਛ ਫਰੀਡਮ ਫਾਈਟਰਸ ਦੇ ਨਾਮ ਨੇ ਅਤੇ ਲਿਸਟ 2 'ਚ ਉਹਨਾਂ ਦੇ ਟਾਈਟਲਸ ਕਿ ਉਹਨਾਂ ਨੂੰ ਹੋਰ ਕਿਸ ਟਾਈਟਲ ਤੋਂ ਮਤਲਬ ਉਹਨਾਂ ਨੂੰ ਯਾਦ ਕੀਤਾ ਜਾਂਦਾ। ਸੋ ਵੀਲ ਡਾਇਰੈਕਟਲੀ ਜੰਪ ਟੂ ਦੀ ਆਂਸਰ that A. Jayaprakash Narayan will match with option number 3, Lok Nayak. C.F. Andrew will match with Grand Old Man of India. C. Dadabhai Naroji will match with Deen Bandhu and D. Lala Lajpat Rai will match with Punjab Kesari. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਜੈ ਪ੍ਰਕਾਸ਼ ਨਾਰਾਇਣ ਜਿਨ੍ਹਾਂ ਨੂੰ ਲੋਕ ਨਾਇਕ ਵੀ ਕਿਹਾ ਜਾਂਦਾ ਸੀ ਇਹ ਇੰਡੀਅਨ ਇੰਡੀਪੈਂਡੈਂਸ ਐਕਟਿਵਿਸਟ ਅਤੇ ਪੋਲੀਟੀਕਲ ਲੀਡਰ ਸੀਗੇ। ਹੀ ਵਾਜ਼ ਐਜ਼ ਸਟਰੋਂਗ ਐਂਡ ਆਪੋਜ਼ਿਟ ਟੂ ਇੰਦਰਾ ਗਾਂਧੀ 1970s 'ਚ ਐਂਡ ਹੀ ਇਜ਼ ਰਿਮੈਂਬਰਡ ਫॉर ਅ ਕਾਲ ਫॉर ਪੀਸਫੁਲ ਐਂਡ ਟੋਟਲ ਰੈਵੋਲਿਊਸ਼ਨ। ਨੈਕਸਟ ਸੀ ਸੈਕਿੰਡ ਆਪਸ਼ਨ ਸੀਗਾ ਚਾਰਲਸ ਫੈਰਰ ਐਂਡਰਿਊਜ਼। ਇਹ ਇੱਕ ਇੰਗਲਿਸ਼ ਪ੍ਰੀਸਟ ਸੀਗੇ ਇਨ ਦ ਚਰਚ ਆਫ ਇੰਗਲੈਂਡ ਐਂਡ ਇਹ ਇੱਕ ਇਹਨਾਂ ਨੇ ਇੰਡੀਆ 'ਚ ਸੋਸ਼ਲ ਰਿਫੋਰਮ ਮੂਵਮੈਂਟ ਦਾ ਇਹਨਾਂ ਨਾਲ ਬਹੁਤ ਲਿੰਕ ਕੀਤਾ ਜਾਂਦਾ। ਫॉर ਐਂਡਰਿਊਜ਼ contributions to the Indian independence movement, Gandhi and his students at St. Stephen College, Delhi named him Deen Bandhu, a friend of the poor. ਐਂਡ ਇਸੇ ਕਰਕੇ ਕਿਉਂਕਿ ਇਹਨਾਂ ਦਾ ਸੋਸ਼ਲ ਵਰਕ 'ਚ ਬਹੁਤ ਜ਼ਿਆਦਾ ਕਹਿੰਦੇ ਇਨਵੋਲਵਮੈਂਟ ਸੀ ਇਸ ਕਰਕੇ ਇਹਨਾਂ ਨੂੰ ਫਰੈਂਡ ਆਫ ਦ ਪੂਅਰ ਜਾਂ ਦੀਨ ਬੰਧੂ ਦਾ ਟਾਈਟਲ ਦਿੱਤਾ ਗਿਆ। ਦਾਦਾ ਭਾਈ ਨਹਿਰੂ ਜੀ ਆਲਸੋ ਨੋਨ ਐਜ਼ ਦ ਗ੍ਰੈਂਡ ਓਲਡ ਮੈਨ ਆਫ ਇੰਡੀਆ ਇਹ ਪਾਰਸੀ ਇੰਟਲੈਕਚੁਅਲ ਐਜੂਕੇਟਰ ਕਾਟਨ ਟ੍ਰੇਡਰ ਸੀਗੇ ਅਤੇ ਹੀ ਵਾਜ਼ ਆਲਸੋ ਐਨ ਇੰਡੀਅਨ ਇੰਡੀਅਨ ਪੋਲੀਟੀਸ਼ੀਅਨ ਐਂਡ ਅ ਸੋਸ਼ਲ ਲੀਡਰ। Last option was Lala Lajpat Rai, also known as Punjab Kesari or the Lion of Punjab or Sher-e-Punjab in Urdu, and he was the part of Lal Bal Pal trio. Next question says, given below are the names of prominent leaders and their respective operational areas during the revolt period. Select the incorrect pair. ਇਹ ਜਿਹੜੇ ਆਪਸ਼ਨਸ ਦਿੱਤੇ ਨੇ ਇਹ ਪਰਸਨ ਅਤੇ ਉਹਦਾ ਏਰੀਆ ਜਿੱਥੇ ਰਿਵੋਲਟ ਦੇ ਟਾਈਮ ਉਹਦਾ ਰੋਲ ਰਿਹਾ ਹੈ ਉਸ ਤਰ੍ਹਾਂ ਪੇਅਰਿੰਗ ਕੀਤੀ ਹੋਈ ਹੈ ਐਂਡ ਦ ਕੁਐਸਚਨ ਡਿਮਾਂਡਸ ਕਿ ਇਹਨਾਂ ਚਾਰਾਂ ਵਿੱਚੋਂ ਇਨਕਰੈਕਟ ਕਿਹੜਾ। ਸੋ option 1 is Rani Lakshmi Bai, Indore.
Option 2 is Khan Bahadur Khan Ruhelkhand. Option 3 is Kanwar Singh Shahabad. Option 4 is Nana Sahib at Kanpur. Correct answer here is option number 1, Rani Lakshmi Bai at Indore. मतलब ये चारा pairs चो this pair is actually wrong. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਜਿੱਦਾਂ ਕਿ ਆਪਸ਼ਨਸ 'ਚ ਦਿੱਤਾ ਹੋਇਆ ਰਾਣੀ ਲక్ష్ਮੀ ਬਾਈ ਦਾ ਐਕਚੁਅਲ ਜੋ ਏਰੀਆ ਆਫ ਕੰਟਰੋਲ ਸੀ ਇਟ ਵਾਸ ਪ੍ਰਿੰਸਲੀ ਸਟੇਟ ਆਫ ਝਾਂਸੀ situated in the north central part of India. Rani Lakshmi Bai was one of the leading figures of the Indian Rebellion of 1857 and for Indian nationalists a symbol of resistance to the rule of British East India Company in the subcontinent. Next question says, who was the national leader to write the history of India on the walls of the Andaman Cellular Jail? कि इन्हां चारां विचों किहड़ा national leader सी जिन्हें इंडिया दी हिस्ट्री अंडेमान दी सैलूलर जेल ते लिखी दी उस दियां दीवारां ते लिखी. Option 1 is Nandan Lal Bose. Option 2 is Ambedkar. Option 3 is Veer Savarkar. Option 4 is Jyotiba Phule. Correct answer here is option number 3, Veer Savarkar. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਵਿਨਾਇਕ ਦਾਮੋਦਰ ਸਵਰਕਰ ਇਹ ਇੱਕ ਇੰਡੀਅਨ ਰੈਵੋਲਿਊਸ਼ਨਰੀ ਤੇ ਪੋਲੀਟੀਸ਼ੀਅਨ ਸੀਗੇ. ਇਹਨਾਂ ਨੇ 10,000 ਤੋਂ ਜ਼ਿਆਦਾ ਪੇਜਸ ਲਿਖੇ ਇਨ ਮਰਾਠੀ ਲੈਂਗੁਏਜ ਤੇ ਜਦੋਂ ਇਹ ਜੇਲ੍ਹ 'ਚ ਸੀਗੇ ਇਨ ਦੀ ਅੰਡੇਮਾਨਸ ਤੇ ਇਹਨਾਂ ਕੋਲੋਂ ਪੈਨ ਔਰ ਪੇਪਰ ਇਹਨਾਂ ਨੂੰ ਅਲਾਊਡ ਨਹੀਂ ਸੀਗਾ. ਇਸ ਕਰਕੇ ਇਹਨਾਂ ਨੇ ਕੀ ਕੀਤਾ ਵਾਲਸ 'ਤੇ ਸਾਰੀ ਪੋਇਮਸ ਪ੍ਰਿਜ਼ਨ ਦੀ ਵਾਲਸ 'ਤੇ ਲਿਖ ਦਿੱਤੀਆਂ ਵਿਦ ਪੈਬਲਸ and he memorized 1,000 lines of his poetry for years till other prisoners returning home brought them to India. Next question says, the doctrine of lapse was first applied to the princely state of कि पहली बार doctrine of lapse कित्थे start होया. Option 1 is Satara, option 2 is Jhansi, option 3 is Audh, option 4 is Jaunpur. Correct answer here is option number 1, Satara. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ the doctrine of lapse was an annexation policy devised by Lord Dalhousie. ਇਹ policy Lord Dalhousie ਨੇ introduce ਕੀਤੀ when he was the Governor General of East India Company in India, that is between year 1848 and 1856. And उस time the company took over princely states of Satara, Jaipur, Sambalpur, Nagpur, Jhansi, Tanjore and Arcot and Awadh and Udaipur using this doctrine. ਤੇ ਸਤਾਰਾ ਤੋਂ ਬਾਅਦ ਆ ਜਿਹੜੀਆਂ ਵੀ states ਦਾ ਮੈਂ ਨਾਮ ਲਿੱਤਾ princely states ਦਾ they also were made to follow doctrine of lapse. Next question says, the Indian universities were first founded in the time of ਕਿ ਸਭ ਤੋਂ ਪਹਿਲਾਂ Indian University ਕਿਹੜੇ lord ਜਾਂ ਕਹਿ ਲਓ ਗਵਰਨਰ ਜਨਰਲ ਦੇ ਟਾਈਮ ਇੰਡੀਅਨ ਯੂਨੀਵਰਸਿਟੀਜ਼ ਦੀ ਫਾਊਂਡੇਸ਼ਨ ਰੱਖੀ ਗਈ. Option 1 is Macaulay, option 2 is Warren Hastings, option 3 is Lord Canning, option 4 is Lord William Bentinck. Correct answer here is option number 3, Lord Canning. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜਿਹੜੀ ਫਰਸਟ ਯੂਨੀਵਰਸਿਟੀ ਸੀਗੀ ਇਨ ਸਾਊਥ ਏਸ਼ੀਆ which was multidisciplinary and secular plus western style. ਇਹ ਪਹਿਲੀ ਯੂਨੀਵਰਸਿਟੀ ਜਿਹੜੀ ਸੀਗੀ it was University of Calcutta located in Kolkata, West Bengal. ਤੇ ਇਹ ਜੋ ਇਹਦੀ ਫਾਊਂਡੇਸ਼ਨ ਰੱਖੀ ਗਈ ਸੀ 1857 'ਚ ਜਦੋਂ Lord Canning was a Governor General of India. Next question says, one of the following was not involved in Chittagong Armory Raid 1934. Who was he? Chittagong Armory Raid 1934 'ਚ ਇਹਨਾਂ ਚਾਰਾਂ ਵਿੱਚੋਂ ਕੌਣ ਇਨਵੋਲਵਡ ਨਹੀਂ ਸੀ? Option 1 is Kalpana Dutt, option 2 is Surya Sen, option 3 is Pritilata Woodeder, option 4 is Dinesh Gupta. Correct answer here is option number 4, Dinesh Gupta. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਇਹ ਜਿਹੜੀ ਰੇਡ ਸੀਗੀ ਚਿੱਤਾਗੋਂਗ ਰੇਡ ਇਹ ਬੇਸਿਕਲੀ ਬੰਗਲਾਦੇਸ਼ 'ਚ ਹੋਈ ਸੀਗੀ. ਇਟ ਵਾਜ਼ ਲੈਡ ਬਾਈ ਸੂਰਿਆ ਸੇਨ. ਇਹ ਰੇਡ ਅਟੈਂਪਟ ਕੀਤੀ ਗਈ ਸੀਗੀ April 18, 1930 ਨੂੰ.
ਤੇ ਜਿਹੜਾ ਗਰੁੱਪ ਇਹ ਰੇਡ ਕੰਡਕਟ ਕਰ ਰਿਹਾ ਸੀ ਉਸ 'ਚ ਸੀਗੇ ਮਾਸਟਰ ਸੂਰਜ ਸੇਨ, ਗਣੇਸ਼ ਘੋष, ਲੋਕਨਾਥ बल, निर्मल सेन, अंबिका चक्रवर्ती, नरेश रॉय, संस्का दत्त, अर्धेनु दस्तीदार, हरिगोपाल बल, तरकेश्वर दस्तीदार, अनंता सिंह, जीबन घोषल, आनंद गुप्ता, प्रीतिलता वडेडार and कल्पना दत्ता. Next question says, which of the following events made the English East India Company the legitimate masters of Bengal सूबा? कि ਕਿਹੜੇ ਇਵੈਂਟ ਤੋਂ ਬਾਅਦ ਜੋ ਹੈ ਈਸਟ ਇੰਡੀਆ ਕੰਪਨੀ ਫਾਰਮਲੀ ਕਹਿ ਲਓ ਬੰਗਾਲ 'ਚ ਆ ਕੇ ਮਤਲਬ ਬੰਗਾਲ ਨੂੰ ਫਾਰਮਲੀ ਹੋਲਡ ਕਰਨ ਦਾ ਉਹਨੂੰ ਹੱਕ ਮਿਲ ਗਿਆ. Option 1 is Battle of Buxar 1764. Option 2 is Battle of Plassey 1757. Option 3 is Farrukh Siyar's Farman 1717. Option 4 is Ibrahim Khan's Farman 1690. Correct answer here is option number 1, Battle of Buxar 1764. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜਿਹੜੀ ਬੈਟਲ ਆਫ ਬਕਸਰ ਸੀ ਉਸ ਦੀ ਇੱਕ ਸਾਈਡ 'ਤੇ ਸੀ ਈਸਟ ਇੰਡੀਆ ਕੰਪਨੀ ਲੈਡ ਬਾਈ ਹੈਕਟਰ ਮਿਊਨਰੋ ਵਰਸਿਸ combined Muslim army of Mir Kazim, the Nawab of Bengal Shuja-ud-Dawla, the Nawab of Awadh and Mughal King Shah Alam II. Because Shah Alam II ਕਰਕੇ ਜੋ ਸੀ ਇਹ battle it was lost ਤੇ what as a result of loss ਇੱਕ treaty sign ਹੋਈ well known as Treaty of Allahabad ਜਿਸ ਦੇ ਅੰਦਰ ਈਸਟ ਇੰਡੀਆ ਕੰਪਨੀ ਨੂੰ ਦੀਵਾਨੀ ਰਾਈਟਸ ਮਿਲ ਗਏ ਐਂਡ ਇਹਨਾਂ ਨੂੰ ਅਰਾਊਂਡ 10 ਕਰੋੜ ਏਕਰਸ ਆਫ ਰੀਅਲ ਏਸਟੇਟ ਮਿਲਿਆ ਜਿਸ ਵਿੱਚ ਕਾਫੀ ਪੋਰਸ਼ਨ ਬੰਗਾਲ, ਉੜੀਸਾ, ਬਿਹਾਰ, ਝਾਰਖੰਡ ਐਂਡ ਉੱਤਰ ਪ੍ਰਦੇਸ਼ ਦਾ ਸੀ ਪਲੱਸ ਥੋੜ੍ਹਾ ਹਿੱਸਾ ਨੇਬਰਿੰਗ ਕੰਟਰੀ ਬੰਗਲਾਦੇਸ਼ ਦਾ. ਅਤੇ ਇਹ ਜਿਹੜੀ ਵਾਰ 'ਚ ਜੋ ਨੁਕਸਾਨ ਹੋਇਆ ਇਸ ਦੇ ਰਿਜ਼ਲਟ 'ਚ ਕੀ ਹੋਇਆ 1/8 ਜੋ ਸੀਗਾ ਇੰਡੀਆ ਇਟ ਫੈਲ ਇਨਟੂ British East India Company. Next question says, apart from the Quit India movement which started on 9th August 1942, what other sensational activity of freedom fighters was done on 9th August? कि 9th August ਨੂੰ ਆਪਾਂ ਇੱਕ ਪਾਸੇ Quit India movement ਲਈ ਯਾਦ ਕਰਦੇ ਹਾਂ ਤੇ ਇੱਕ ਹੋਰ ਰੀਜ਼ਨ ਹੈ ਜਿਸ ਕਰਕੇ 9th August ਨੂੰ ਇੰਨੀ ਇੰਪੋਰਟੈਂਸ ਦਿੱਤੀ ਜਾਂਦੀ ਹੈ. Option 1 is Salt Satyagrah. Option 2 is Boycott of Simon Commission. Option 3 is Champaran Satyagrah. Option 4 is Kakori Mail Train Robbery. Correct answer here is option number 4, Kakori Mail Train Robbery. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਾਕੋਰੀ ਕੌਂਸਪੀਰੇਸੀ ਬਹੁਤ ਪੋਪੂਲਰ ਕੌਂਸਪੀਰੇਸੀ ਰਹੀ ਹੈ ਇੰਡੀਅਨ ਇੰਡੀਪੈਂਡੈਂਸ ਸਟਰਗਲ ਦੇ ਟਾਈਮ ਦੀ also called Kakori train robbery or Kakori case. It was ਇਹ ਇੱਕ ਚੋਰੀ ਦਾ ਕੇਸ ਸੀਗਾ ਰੋਬਰੀ ਦਾ ਕੇਸ ਸੀ that took place between Kakori and Alamnagar near Lucknow on 9th August 1925 during the Indian independence movement against British Indian government. ਅਤੇ ਇਹ ਰੋਬਰੀ ਜੋ ਸੀਗੀ ਇਹ ਬੇਸਿਕਲੀ ਅੰਡਰ ਦ ਲੀਡਰਸ਼ਿਪ ਆਫ ਰਾਮ ਪ੍ਰਸਾਦ ਬਿਸਮਿਲ ਐਂਡ ਅਸ਼ਫਾਕੁੱਲਾ ਖਾਨ ਜੋ ਕਿ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਲੀਡਰ ਸੀਗੇ. ਇਹ ਐਸੋਸੀਏਸ਼ਨ ਬਾਅਦ ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਬਣੀ 1928 ਤੋਂ ਬਾਅਦ. ਇਹ ਰੋਬਰੀ ਜੋ ਸੀਗੀ ਇਹ ਤੇ ਦੋ ਨਾਮ ਜਿਹੜੇ ਮੈਂ ਪਹਿਲਾਂ ਲਿੱਤੇ ਦੇਵਰ ਇਟਸ ਲੀਡਰਸ ਅਤੇ ਇਹਨੂੰ ਐਗਜ਼ੀਕਿਊਟ ਕਰਨ 'ਚ ਰਾਮ ਪ੍ਰਸਾਦ ਬਿਸਮਿਲ ਅਸ਼ਫਾਕੁੱਲਾ ਖਾਨ ਦੇ ਇਲਾਵਾ ਇਸ ਨੂੰ ਐਗਜ਼ੀਕਿਊਟ ਕਰਨ 'ਚ ਰਾਜੇਂਦਰ ਲਹਿਰੀ, ਚੰਦਰਸ਼ੇਖਰ ਆਜ਼ਾਦ, ਸਚਿੰਦਰ ਬਖਸ਼ੀ, ਕੇਸ਼ਵ ਚੱਕਰਵਰਤੀ, ਮਨਮਨਾਥ ਗੁਪਤਾ, ਮੁਰਾਰੀ ਸ਼ਰਮਾ, ਮੁਕੁੰਦੀ ਲਾਲ ਅਤੇ ਬਨਵਾਰੀ ਲਾਲ ਨੇ ਵੀ ਇਕੁਅਲੀ ਦੇ ਹੈਲਪ ਟੂ ਮੇਕ ਦਿਸ ਰੋਬਰੀ ਪਲਾਨ ਅ ਸਕਸੈਸ. Next question says, which of the following treaties brought an end to independent existence of Peshwa Baji Rao II? कि ਕਿਹੜੀ ਟਰੀਟੀ ਤੋਂ ਬਾਅਦ जो है पेशवा बाजीराव was allowed to exist independently. Option 1 is Treaty of Purandar. Option 2 is Convention of Vadagaon. Option 3 is Treaty of Bassein. Option 4 is Treaty of Salbai.
Correct answer here is option number 3, Treaty of Bassein. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਇਹ ਜਿਹੜੀ ਟ੍ਰੀਟੀ ਆਫ ਬਸੀਨ ਸੀਗੀ ਇਹ ਸਾਈਨ ਹੋਈ ਸੀ ਜਦੋਂ ਪੇਸ਼ਵਾ ਬਾਜੀਰਾਓ ਟੂ ਲੋਸਟ ਦ ਬੈਟਲ ਆਫ ਪੂਨਾ ਅਗੇਂਸਟ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਅਤੇ ਇਸ ਐਜ਼ ਅ ਰਿਜ਼ਲਟ ਕੀ ਹੋਇਆ ਕਿ ਜੇ ਇਸ ਟ੍ਰੀਟੀ ਤੋਂ ਬਾਅਦ ਜੋ ਮਰਾਠਾ ਕਨਫੈਡਰੇਸੀ ਸੀਗੀ ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਅੰਡਰ ਆ ਗਈ ਅਤੇ ਪੇਸ਼ਵਾ ਟੈਰੀਟਰੀਜ਼ ਜੋ ਸੀਗੀਆਂ ਵੈਸਟ ਇੰਡੀਆ ਦੀਆਂ ਉਹ ਵੀ ਇਟ ਫੈਲ ਅੰਡਰ ਦ ਕੰਟਰੋਲ ਆਫ ਬ੍ਰਿਟਿਸ਼ ਈਸਟ ਇੰਡੀਅਨ ਕੰਪਨੀ। ਨੈਕਸਟ ਕੁਐਸਚਨ ਸੇਜ਼ ਵਿਚ ਇੰਡੀਅਨ ਸਟੇਟਮੈਂਟਸ ਯੂਜ਼ these magic words? Long years ago we made a tryst with destiny and now the time come when we shall redeem our pledge। ਕਿ ਇਹ ਜਿਹੜੇ ਸੈਂਟੈਂਸ ਹੈ ਕੋਟਸ 'ਚ ਦਿੱਤੇ ਹੋਏ ਇਹ ਕਿਸਨੇ ਕਹੇ? Option 1 is Mohandas Karamchand Gandhi. Option 2 is Sardar Vallabhbhai Patel. Option 3 is Netaji Subhash Chandra Bose. Option 4 is Jawaharlal Nehru. Correct answer here is option number 4, Jawaharlal Nehru. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜਿਹੜੀ ਆ ਟਾਇਰਿਸਟ ਵਿਦ ਡੈਸਟਨੀ ਹੈ ਇਹ ਬਹੁਤ ਪੋਪੂਲਰ ਸਪੀਚ ਸੀਗੀ ਮੇਡ ਬਾਏ ਜਵਾਹਰ ਨਹਿਰੂ। ਇਹ ਇੰਡੀਅਨ ਕੌਂਸਟੀਟਿਊਐਂਟ ਅਸੈਂਬਲੀ 'ਚ ਸਪੀਚ ਦਿੱਤੀ ਗਈ ਸੀ ਔਨ ਦੀ ਈਵ ਆਫ ਇੰਡੀਆਜ਼ ਇੰਡੀਪੈਂਡੈਂਸ ਔਨ ਦ ਮਿਡਨਾਈਟ ਆਫ 14th August 1947। ਅਤੇ ਇਹਦਾ ਫੋਕਸ ਸੀਗਾ ਕਿ ਕਿੱਦਾਂ ਇੰਡੀਆ ਇਟ ਵਾਜ਼ ਕਾਈਂਡ ਆਫ ਅ ਲੁੱਕ ਬੈਕ ਟੂ ਦੀ ਇੰਡੀਅਨ ਹਿਸਟਰੀ ਅਤੇ ਕਿੱਦਾਂ ਜੋ ਹੈ ਸਾਡੀ ਕੰਟਰੀ ਉਸ ਪੁਆਇੰਟ ਤੱਕ ਇਵੋਲਵ ਹੋਈ। ਇਟ ਇਜ਼ ਕੰਸੀਡਰਡ ਟੂ ਬੀ ਵਨ ਆਫ ਦ ਗ੍ਰੇਟੈਸਟ ਸਪੀਚਿਜ਼ ਆਫ ਆਲ ਟਾਈਮ and to be a landmark oration that captures the essence of the triumphant culmination of 100-year non-violent Indian freedom struggle against British Empire India। कि इस स्पीच ਦੇ ਥਰੂ ਉਹਨਾਂ ਨੇ ਬਹੁਤ ਹੀ ਜ਼ਿਆਦਾ ਇੰਪ੍ਰੈਸਿਵ ਤਰੀਕੇ ਨਾਲ ਦੱਸਿਆ ਕਿ ਕਿੱਦਾਂ Indians have always been non-violent to Britishers। The phrase rendezvous with destiny was used by Franklin D. Roosevelt in his 1936 Democratic National Convention speech। कि ਜਿਹੜਾ ਇਹ phrase ਸੀਗਾ rendezvous with destiny ਇਹ F.D. Roosevelt ਨੇ यूज़ ਕੀਤਾ ਸੀ 1936 'ਚ ਜਿਸ ਤੋਂ ਇੰਸਪਾਇਰ ਹੋ ਕੇ ਜਵਾਹਰ ਲਾਲ ਨਹਿਰੂ ਨੇ tryst with destiny phrase यूज़ ਕੀਤਾ। Next question says Satyagraha finds expression in option 1 is sudden outbursts of violence, option 2 is armed conflicts, option 3 is non-cooperation, option 4 is communal rights। कि सत्याग्रह कित्थे सत्याग्रह ਦਾ ਰੋਲ ਜੋ ਸੀਗਾ ਸਾਡੀ ਇੰਡੀਅਨ ਫਰੀडम स्ट्रगल 'ਚ ਕਿੱਥੇ ਆਇਆ ਤੇ ਕਿਉਂ ਆਇਆ? ਕਰੈਕਟ ਆਨਸਰ ਹੇਅਰ ਇਜ਼ ਆਪਸ਼ਨ ਨੰਬਰ 3 ਡਿਊ ਟੂ ਨੋਨ ਕੋਆਪਰੇਸ਼ਨ। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਸੱਤਿਆਗ੍ਰਹਿ ਸੀਗਾ ਇਹ ਆਈਡੀਆ ਵਾਜ਼ ਇੰਟਰੋਡਿਊਸਡ ਬਾਏ ਮਹਾਤਮਾ ਗਾਂਧੀ ਅਤੇ ਸੱਤਿਆਗ੍ਰਹਿ ਦੇ ਅੰਦਰ ਇੰਡੀਅਨਸ ਨੇ ਕੀ ਫੋਲੋ ਕੀਤਾ ਨੋਨ ਕੋਆਪਰੇਸ਼ਨ ਅਤੇ ਸਿਵਲ ਡਿਸਓਬੀਡੀਐਂਸ। ਅਤੇ ਇਹ ਦੋਨੋਂ ਜੋ ਆਈਡੀਆਜ਼ ਨੇ ਦੀਜ਼ ਆਰ ਫਰਦਰ ਬੇਸਡ ਔਨ ਲਾਅ ਆਫ ਸਫਰਿੰਗ ਕਿ ਇੰਡਿਓਰੈਂਸ ਟੂ ਸਫਰਿੰਗ ਇਜ਼ ਅ ਮੀਨਸ ਟੂ ਐਨ ਐਂਡ ਕਿ ਕਦੇ ਤਾਂ ਕਿ ਵੀ and this end usually implies a moral upliftment or progress of individual or society। ਤੇ ਇਹ ਜਿਹੜੇ ਦੋ ਆਈਡੀਆਜ਼ ਸੀਗੇ law of suffering ਕਹਿ ਲਓ ਜਾਂ civil disobedience and non cooperation ਇਹਦਾ ਏਮ ਕੀ ਸੀਗਾ ਕਿ ਇੱਕ ਬੰਦੇ ਨੂੰ ਜਾਂ ਇੱਕ ਸੋਸਾਇਟੀ ਨੂੰ ਮੋਰਲੀ ਅਪਲਿਫਟ ਕਰਨਾ। ਅਤੇ ਕੰਟਰੀ 'ਚ ਜਾਂ ਕਿਤੇ ਵੀ ਜਿੱਥੇ ਵੀ ਇਹ ਆਈਡੀਆਜ਼ ਪ੍ਰੈਕਟਿਸ ਹੋ ਰਹੇ ਨੇ ਉਹ ਉਸ 'ਤੇ ਆਪਾਂ ਜੋ ਜਿਸ ਦੇ ਵੀ ਅਗੇਂਸਟ ਵੀ ਆਰ ਯੂਜ਼ਿੰਗ the non-cooperation or civil disobedience ਅਸੀਂ ਉਹਨੂੰ ਮਤਲਬ ਅਸੀਂ ਉਸ ਦੇ ਉੱਤੇ ਕੋਈ ਵਾਇਲੈਂਸ ਨਹੀਂ ਕਰ ਰਹੇ we are cooperating with the opponent with truth and justice। Next question says the Muslim League advocated a separate Muslim state। कि मुस्लिम लीग ने कदों separate Muslim state बनाई? Option 1 is at its birth in 1906, option 3 is during the Khilafat movement, option 2 is during the Khilafat movement, option 3 is in 1930 when it opposed the civil disobedience movement,
Option 4 is at Lahore session of 1940. Correct answer here is option number 4, at Lahore session of 1940. इसनूं होर एक्सप्लेन करदियां होइयां in 1940 at the Lahore session the demand for separate state of Pakistan was made कि लाहौर ਦੇ 1940 session 1940 ईयर ਦਾ ਜਿਹੜਾ ਸੈਸ਼ਨ ਹੋਇਆ ਸੀ ਉੱਥੇ ਡਿਮਾਂਡ ਹੋ ਗਈ ਸੀ that Muslims should have a separate state known called Pakistan. This resolution was presented by A.K. Fazl Haq. ਤੇ ਇਹ ਜਿਹੜਾ ਰੈਜ਼ੋਲੂਸ਼ਨ ਸੀਗਾ ਇਹ A.K. ਫਜ਼ਲ ਹੱਕ ਨੇ ਪ੍ਰੈਜ਼ੈਂਟ ਕੀਤਾ ਤੇ ਇਟ ਵਾਸ ਬੇਸਡ ਔਨ ਅ ਟੂ ਨੇਸ਼ਨ ਥਿਓਰੀ ਕਿ ਹੁਣ ਕਿ ਰਿਲੀਜਨ ਦੇ ਬੇਸ ਤੇ ਦੇयर ਸ਼ੁੱਡ ਬੀ ਟੂ ਸੈਪਰੇਟ ਨੇਸ਼ਨਸ ਤੇ ਇਸ ਜੋ ਹੈ ਆਈਡੀਆ ਦੇ ਅੰਡਰ ਮੁਸਲਿਮਸ ਨੇ ਕੀ ਡਿਮਾਂਡ ਕੀਤਾ ਸਿੰਸ ਨਾਰਥ ਈਸਟਰਨ ਕੁਝ ਪੋਰਸ਼ਨ ਨਾਰਥ ਈਸਟ ਦਾ ਤੇ ਨਾਰਥ ਵੈਸਟਰਨ ਜਿਹੜਾ ਪੋਰਸ਼ਨ ਸੀ ਉੱਥੇ ਮੁਸਲਿਮਸ ਦੀ ਪੋਪੂਲੇਸ਼ਨ ਜ਼ਿਆਦਾ ਸੀ ਐਂਡ ਇਸ ਕਰਕੇ ਇੰਡੀਆ ਨੂੰ ਉਸੇ ਏਰੀਆ 'ਚ ਸਟੇਟਸ ਦੀ ਗਰੁੱਪਿੰਗ ਦੀ ਡਿਮਾਂਡ ਹੋਈ ਵਿਚ ਓਨਲੀ ਵਿਲ ਬਿਲੋਂਗ ਟੂ ਮੁਸਲਿਮਸ ਇਨ ਫਿਊਚਰ ਤੇ ਇਹ ਸਟੇਟਸ should be autonomous and sovereign. Next question says, who scripted Gandhi ji's favorite song वैश्व जंतो? कि ਇਹ ਜਿਹੜਾ song ਸੀਗਾ वैश्व जंतो ਉਹ वैष्णव जंतो ਇਹ किसने script ਕੀਤਾ किसने लिखा? Option 1 is Narsin Mehta, option 2 is Premanand, option 3 is Chunni Lal, option 4 is Dharmik Lal. Correct answer here is option 1, ਨਰਸਿੰਘ ਮਹਿਤਾ। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਨਰਸਿੰਘ ਮਹਿਤਾ ਸੀਗੇ ਇਹ ਗੁਜਰਾਤ ਦੇ ਇੱਕ ਪੋਇਟ ਸੇਂਟ ਸੀਗੇ ਇਹ ਇੱਕ ਨੋਟੇਬਲ ਭਗਤ ਸੀ ਐਂਡ ਹੀ ਵਾਜ਼ ਐਨ ਐਕਸਪੋਨੈਂਟ ਆਫ ਵੈਸ਼ਨਵਾ ਪੋਇਟਰੀ ਤੇ ਹੀ ਇਜ਼ ਸਪੈਸ਼ਲੀ ਰਿਵਰਡ ਇਨ ਗੁਜਰਾਤੀ ਲਿਟਰੇਚਰ ਐਂਡ ਹਿਜ਼ ਅਕਲੇਮਡ ਐਜ਼ ਆਦਿ ਕਵੀ ਕਿ ਇਹ ਫਸਟ ਅਮੰਗ ਆਦਿ ਕਵੀ ਮੀਨਸ ਫਸਟ ਅਮੰਗਸ ਦ ਪੋਇਟ ਇਹਨਾਂ ਨੂੰ ਉਸ ਦੇ ਬਰਾਬਰ ਰੱਖਿਆ ਜਾਂਦਾ ਹੈ ਇਨ ਗੁਜਰਾਤੀ ਲਿਟਰੇਚਰ His bhajan Vaishnav Janto was Mahatma Gandhi's favorite and had become synonymous to him. कि synonymous in the sense ਜਦੋਂ ਵੀ ਆਪਾਂ ਇਹ ਭਜਨ ਨਾਰਮਲੀ ਵੀ ਸੁਣਦੇ ਆ ਤਾਂ ਵੀ ਇਮੀਡੀਏਟਲੀ ਸਾਡੇ ਦਿਮਾਗ 'ਚ ਮਹਾਤਮਾ ਗਾਂਧੀ ਦੀ ਪਿਕਚਰ ਆਉਂਦੀ ਹੈ ਇਹ ਇੰਨਾ ਗਾਂਧੀ ਜੀ ਦਾ ਫੇਵਰੇਟ ਸੀਗਾ ਇਹ ਭਜਨ ਤੇ this bhajan tells us about the life ideals and the mentality of Vaishnav Jan that is a follower of ਵਿਸ਼ਨੂੰ ਔਰ ਕ੍ਰਿਸ਼ਨਾ ਵੈਸ਼ਵਰ ਜਨ ਦਾ ਮਤਲਬ ਹੁੰਦਾ ਹੈ ਕਿ ਇੱਕ ਫੋਲੋਅਰ ਜੋ ਕਿ ਵਿਸ਼ਨੂੰ ਜਾਂ ਕ੍ਰਿਸ਼ਨਾ ਨੂੰ ਦਾ ਇੱਕ ਡਿਵੋਟੀ ਹੈ ਤੇ this bhajan tells us about life and ideals. Next question says, who was the first Indian to be made a fellow of Royal Society of London? कि जो कौन सीगा जो रॉयल सोसाइटी ऑफ लंडन ਦਾ फर्स्ट फेलो ਬਣਿਆ Option 1 is Srinivas Ramanujam, option 2 is A.C. Wadia, option 3 is C.V. Raman, option 4 is P.C. Mahalanobis. Correct answer here is option number 2, A.C. Wadia. इसनूं होर एक्सप्लेन करदियां होया Ardasir Karsithji Wadia was the first Indian to be elected as fellow of the Royal Society on May 27, 1841 कि A.C. वादिया जो सीगे ये फर्स्ट पर्सन सीगे who was elected as the fellow of Royal Society in 1841 ते इस दा फायदा की होया कि he was credited this title credited him with both the introduction of gas lightning to Bombay as well as having built the vessel of 60 tons which he adapted a steam engine. He was an Indian shipbuilder and engineer. ਇਹ ਜੋ A.C. ਵਾਦੀਆ ਸੀਗੇ he was Indian shipbuilder and engineer and ਇਹਨਾਂ ਦੇ efforts ਕਰਕੇ ਇਹਨਾਂ ਦੇ elections ਕਰਕੇ ਜੋ ਹੈ ਬੰਬੇ 'ਚ ਗੈਸ ਲਾਈਟਨਿੰਗ ਆਈ ਤੇ ਇੰਡੀਆ 'ਚ steam engine ਵੀ ਆਇਆ Next question says, which of these battles proved decisive in the Anglo-French rivalry in India? कि इन्हां चारां विचों किहड़ी battle सीगी जो decisive prove होई? Option 1 is Battle of Vandewash, option 2 is Battle of Assaye, option 3 is Battle of Chilianwala, option 4 is Battle of Seringapatam.
Correct answer here is option 1, the Battle of Vandewash. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਜੋ ਬੈਟਲ ਆਫ ਵੈਂਡੀਵਾਸ਼ ਸੀਗੀ ਇਹ ਫਰੈਂਚ ਵਰਸਸ ਬ੍ਰਿਟਿਸ਼ਰਸ ਬੈਟਲ ਸੀਗੀ ਵੇਅਰ ਫਰੈਂਚ were rebelling under the leadership of Comte de Lally and British under Sir Eyre Coote. ਐਂਡ ਇਹ ਇੱਕ ਬਹੁਤ ਹੀ ਜ਼ਿਆਦਾ ਡਿਸਾਈਸਿਵ ਬੈਟਲ ਇਹਨੂੰ ਮੰਨਿਆ ਜਾਂਦਾ ਹੈ. ਇਟ ਇਜ਼ ਨਾਟ ਓਨਲੀ ਦ ਬੈਟਲ ਆਫ ਵੈਂਡੀਵਾਸ਼, ਇਹ ਐਕਚੁਅਲੀ ਥਰਡ ਕਾਰਨੈਟਿਕ ਵਾਰ ਸੀਗੀ fought between French and British. Next question says do or die is the famous slogan given by कि do and die ये slogan किसने दिता. Option 1 is Mahatma Gandhi, option 2 is Vallabhbhai Patel, option 3 is Jawaharlal Nehru, option 4 is Rajiv Gandhi. Correct answer here is option number 1, Mahatma Gandhi. गांधी जी ने अपनी सारी लाइफ जो सीगी मतलब मोस्ट ऑफ इट ही हैड डिवोटेड इट टू इंडिपेंडेंस एंड फ्रीडम स्ट्रगल ऑफ दिस कंट्री. तो ये बहुत नोटिस किया जाता सी कि लोग उन्हां नाल सारे लोग कोऑपरेट नहीं सी करते ईवन इफ दे वर अ पार्ट ऑफ हिज स्ट्रगल. तो उन्होंने डिसिप्लिन करन वास्ते गांधी जी हैड गिवन दिस स्लोगन कॉल्ड डू और डाई, करो या मरो. Next question says the English established their first factory in India at कि जेडे ब्रिटिशर्स सीगे उन्होंने पहली फैक्ट्री जो सीगी इंडिया चो कित्थे इस्टैबलिश की. ऑप्शन 1 इज़ बॉम्बे, ऑप्शन 2 इज़ सूरत, ऑप्शन 3 इज़ सुल्तानती, ऑप्शन 4 इज़ मद्रास. करेक्ट आंसर हेयर इज़ ऑप्शन नंबर 2, सूरत. इसनू होर एक्सप्लेन करदे होया कि इट वॉज ड्यूरिंग मुगल टाइम्स दैट ब्रिटिशर्स फर्स्ट एंटर्ड इंडियन लैंड्स एंड बिटवीन 1601 एंड 1613 जो सीगे इंडियन ईस्ट इंडिया कंपनी दे मर्चेंट जो सी वो इंडिया वॉयजेस ते आंदे हुंदे सी. ते इसे दौरान इन 1609 विलियम हॉकिंस अराइव्ड एट द कोर्ट ऑफ जहांगीर to seek permission to establish a British presence in India. ते जहांगीर दे टाइम लॉर्ड विलियम विलियम हॉकिंस इंडिया आउंदे ने ते ही ये कोशिश करते हैं कि जहांगीर तो परमिशन ले लती जाए कि इंडिया च उन्हां दी एक ब्रिटिशर्स दी एक प्रेजेंस हो जाए. पर उस टाइम इन 1609 जहांगीर ने एक तरह मना करता सीगा तो जो ये कोशिश सीगी इट वेंट अनसक्सैसफुल. बट अगेन इन 1617 सर थॉमस रो केम इनटू इंडिया अगेन एंड ही प्रेजेंटेड हिमसेल्फ बिफोर अनदर मुगल एम्परर. ते उस 1617 तो 2 साल बाद दैट इज़ अराउंड इन 1619 जहांगीर गेव अ परमिशन to build a British factory in Surat. Therefore जो पहली फैक्ट्री सीगी वो सूरत च आई. And in 1639 this was followed by founding of Saint Fort George in Madras. Next question says in which of the following years 26 January was celebrated as an Independence Day. कि केड़े साल जो है 26 जनवरी ਨੂੰ एज इंडिपेंडेंस डे सैलीब्रेट किया जाता सी. ऑप्शन 1 इज़ इन 1930, ऑप्शन 2 इज़ इन 1929, ऑप्शन 3 इज़ 1942, ऑप्शन 4 इज़ 1946. करेक्ट आंसर हेयर इज़ ऑप्शन नंबर 1, 1930. इसनू होर एक्सप्लेन करदियां होया कि 1930 च 26 जनवरी ਨੂੰ एक डिक्लेरेशन होया ऑल्सो नोन एज पूर्ण स्वराज विच मेंट कि इंडियंस हुण जो सीगे ब्रिटिशर्स तो टोटल फ्रीडम डिमांड करते सी. 100% इंडिपेंडेंस दे डिमांडेड अंडर पूर्ण स्वराज ऑल्सो नोन एज कंप्लीट सेल्फ रूल इंडिपेंडेंट ऑफ ब्रिटिश एम्पायर. इस सैशन च इंडिया का फ्लैग होइस्ट किया गया बाय कांग्रेस प्रेजिडेंट जवाहरलाल नेहरू on December 31, 1929 on the banks of river Ravi in Lahore, that is modern day Pakistan. एंड इस सैशन च जो सीगा क्योंकि पूर्ण स्वराज डिक्लेयर करता सी इस करके अकॉर्डिंग टू कांग्रेसीज जो सीगा कांग्रेस पीपल दे अकॉर्डिंग यही दिन जो सी साडी
इंडिपेंडेंस का एक दिन मनाया जाता है कि ओरिजिनली दिस वॉज द डे when we decided to when we decided that Britishers should no more rule our country. Next question, last question of the session says permanent revenue settlement of Bengal was introduced by कि permanent revenue settlement जो सी ये किसने introduce की थी. Option 1 is Lord Clive, option 2 is Hastings, option 3 is Wellesley, option 4 is Cornwallis. Correct answer here is option number 4, Cornwallis.